ਇਲੈਕਸ਼ਨ ਦੇ ਦੌਰਾਨ ਦੇਖਿਆ ਕਿ ਲੋਕੀ ਜਿਹੜੇ ਨੇ ਇੱਕ ਦੂਜੇ ਨਾਲ ਤਲਕ ਖਰਾਬ ਕਰ ਰਹੇ ਨੇ। ਇਹ ਨਹੀਂ ਹੋਣਾ ਚਾਹੀਦਾ। ਕਿ ਸਾਡਾ ਸ਼ਾਦੀ ਦਾ ਇੱਕ ਪ੍ਰੋਗਰਾਮ ਸੀ, ਉਹਦੇ ਵਿੱਚ ਸਾਡੇ ਨਾਲ ਇੱਕ ਮਾਮਲਾ ਹੋਇਆ, ਉਹ ਤੁਹਾਡੇ ਨਾਲ ਡਿਸਕਸ ਕਰਨਾ ਚਾਹ ਰਿਹਾ ਕਿ ਲੋਕੀ ਕਿਸ ਤਰ੍ਹਾਂ ਅੱਜ ਕੱਲ੍ਹ ਲੋਕਾਂ ਦੇ ਨਾਲ ਨਾ ਫਰਾਡ ਕਰ। ਸੋਸ਼ਲ ਮੀਡੀਆ ਦੇ ਉੱਤੇ ਚਰਚਾ ਚੱਲ ਰਿਹਾ, ਉਹ ਇਹ ਵੇ ਕਿ ਹੱਕ ਹਤੀਬ ਸਾਹਿਬ ਔਰ ਇਕਰਾਰ ਹਸਨ ਸਾਹਿਬ ਦੀ ਜਿਹੜੀ ਹੈ ਨਾ ਸਰਦ ਜੰਗ ਜਾਰੀ ਹੈ। ਤੇ ਉਹਨਾਂ ਨੇ ਸਾਨੂੰ ਜਵਾਬ ਇਹ ਦਿੱਤਾ ਕਿ ਜਨਾਬ ਦੇਖੋ, ਸਾਡੀ ਤੁਹਾਡੀ ਬੁਕਿੰਗ ਜਿਹੜੀ ਹੈ ਨਾ ਇਸ ਤਰੀਕੇ ਦੀ ਹੈ, ਸਾਡੀ ਤੁਹਾਡੀ ਬੁਕਿੰਗ ਹੈ, ਤੁਹਾਡੇ ਸ਼ਹਿਰ ਦੀ ਨਹੀਂ ਹੈ। ਬਿਸमिल्लाहिर्रहमानिर्रहीम। दोस्तों अस्सलाम वालेकुम। दोस्तों अज तकरीबन महीने डेढ़ महीने तो बाद ਤੁਹਾਡੇ ਨਾਲ ਦੁਬਾਰਾ ਗੱਲ ਕਰਨ ਦਾ ਮੌਕਾ ਮਿਲ ਰਿਹਾ, ਕਿਉਂਕਿ ਇਸ ਦੌਰਾਨ ਅਸੀਂ ਕੁਝ ਘਰ ਦੇ ਕੰਮ ਕਰਦੇ ਰਹੇ ਔਰ ਸਰਦੀ ਵੀ ਬੜੀ ਜ਼ਿਆਦਾ ਸੀ, ਜਿਹਦੀ ਵਜ੍ਹਾ ਤੋਂ ਅਸੀਂ ਆਪਣੇ ਜਿਹੜੇ ਘਰੇਲੂ ਕੰਮ ਕਾਜ ਸਨ, ਮਸਲਨ ਕਲਰ ਕਰਨਾ ਜਾਂ ਟਾਈਲਾਂ ਲਗਾਉਣਾ, ਆਪਣੇ ਮਾਲੀ ਮੁਸ਼ਕਲਾਂ ਦੀ ਵਜ੍ਹਾ ਤੋਂ ਇਹ ਸਾਰੇ ਕੰਮ ਅਸਾਂ ਖੁਦ ਕੀਤੇ। ਉਹਦੀਆਂ ਅਸੀਂ ਵੀਡੀਓ ਵੀ ਤੁਹਾਨੂੰ ਪੇਸ਼ ਕੀਤੀਆਂ ਔਰ ਉਹ ਦੱਸਦੇ ਰਹੇ ਕਿ ਅਸੀਂ ਕੰਮ ਕਿਸ ਤਰ੍ਹਾਂ ਕਰਦੇ ਰਹੇ। ਉਸ ਤੋਂ ਬਾਅਦ ਫਿਰ ਇੱਕ ਸਾਡੇ ਘਰ ਦੇ ਵਿੱਚ ਸ਼ਾਦੀ ਦਾ ਇhtਮਾਮ ਹੋਇਆ, ਬੱਚੇ ਦੀ ਸ਼ਾਦੀ ਸੀ ਸਾਡੇ ਭਤੀਜੇ ਦੀ, ਉਹਦੀਆਂ ਵੀ ਵੀਡੀਓ ਤੁਹਾਡੀ ਖਿਦਮਤ ਵਿੱਚ ਪੇਸ਼ ਕੀਤੀਆਂ। ਅਤੇ ਉਸ ਤੋਂ ਬਾਅਦ ਫਿਰ ਇਲੈਕਸ਼ਨ ਆ ਗਏ। ਇਲੈਕਸ਼ਨਾਂ ਦੇ ਦੌਰਾਨ ਅਸੀਂ ਕੋਈ ਵੀਡੀਓ ਅਪਲੋਡ ਨਹੀਂ ਕਰ ਸਕੇ, ਜਿਹਦੀ ਵਜ੍ਹਾ ਤੋਂ ਤੁਹਾਡੇ ਅੱਗੇ ਮਾਜ਼ਰਤ। ਔਰ ਅੱਜ ਦੁਬਾਰਾ ਨਵਾਂ ਸਿਲਸਿਲਾ ਸ਼ੁਰੂ ਕਰ ਰਹੇ ਹਾਂ, ਦੁਬਾਰਾ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋ ਰਹੇ ਹਾਂ। ਔਰ ਉਹਦੇ ਵਿੱਚ ਅਸੀਂ ਕੋਸ਼ਿਸ਼ ਇਹੀ ਕਰਾਂਗੇ ਕਿ ਸਾਡੇ ਮੁਆਸ਼ਰੇ ਦੇ ਵਿੱਚ ਜਿਹੜੀਆਂ ਬੁਰਾਈਆਂ ਨੇ ਜਾਂ ਜਿਹੜੇ ਕੋਈ ਫਰਾਡ ਹੋ ਰਹੇ ਨੇ ਅੱਜ ਕੱਲ੍ਹ, ਉਹਦੇ ਬਾਰੇ 'ਚ ਹੀ ਤੁਹਾਡੇ ਨਾਲ ਡਿਸਕਸ ਕਰੀਏ ਔਰ ਤੁਹਾਨੂੰ ਆਗਾਹ ਕਰਦੇ ਰਹੀਏ। ਅੱਜ ਕੱਲ੍ਹ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਚਰਚਾ ਚੱਲ ਰਿਹਾ, ਉਹ ਇਹ ਵੇ ਕਿ ਹੱਕ ਹਤੀਬ ਸਾਹਿਬ ਔਰ ਇਕਰਾਰ ਹਸਨ ਸਾਹਿਬ ਦੀ ਜਿਹੜੀ ਹੈ ਨਾ ਸਰਦ ਜੰਗ ਜਾਰੀ ਹੈ। ਔਰ ਉਹਦੇ ਵਿੱਚ ਕਿ ਸਾਨੂੰ ਸਬਕ ਮਿਲੇਗਾ ਔਰ ਉਹਨਾਂ ਵੀਡੀਓ ਦਾ ਪਤਾ ਚੱਲ ਜਾਏਗਾ। ਚੰਦ ਇੱਕ ਦਿਨ ਦਾ ਸਮਝ ਲਓ ਕਿ ਉਹਨਾਂ ਦਾ ਇਹ ਚਰਚਾ ਰਹਿ ਗਿਆ, ਕਿਉਂਕਿ ਇਹਦੇ 'ਚ ਅਸੀਂ ਆਵਾਮ ਇਸ ਪਾਸੇ ਬਿਲਕੁਲ ਨਹੀਂ ਆ ਰਹੇ ਜਾਂ ਸਮਝ ਨਹੀਂ ਲੱਗ ਰਹੀ ਕਿ ਹੱਕ 'ਤੇ ਕੌਣ ਹੈ ਔਰ ਸੱਚ 'ਤੇ ਕੌਣ ਹੈ। ਲੇਕਿਨ ਸਾਨੂੰ ਉਹਦੇ ਉੱਤੇ ਜ਼ਿਆਦਾ ਤਵੱਜੋ ਦੇਣ ਦੀ ਵੀ ਕੋਈ ਜ਼ਰੂਰਤ ਨਹੀਂ ਹੈ, ਕਿਉਂਕਿ ਇਹ ਮਾਮਲਾਤ ਐਸੇ ਵੀ ਕਈ ਹੋ ਜਾਂਦੇ ਨੇ ਕਿ ਲੋਕੀ ਆਪਣੇ ਵੀਵਰਸ਼ਿਪ ਵਧਾਉਣ ਵਾਸਤੇ ਵੀ ਇਸ ਤਰ੍ਹਾਂ ਦੇ ਮਾਮਲੇ ਚੁੱਕ ਲੈਂਦੇ ਨੇ। ਕਿਉਂਕਿ ਜਿਨ੍ਹਾਂ ਦਾ ਕੰਮ ਥੋੜ੍ਹਾ ਡਾਊਨ ਹੋਣ ਲੱਗਦਾ, ਉਹ ਕੋਈ ਨਾ ਕੋਈ ਸਕੈਂਡਲ ਪੇਸ਼ ਕਰ ਲੈਂਦੇ ਨੇ ਔਰ ਉਹ ਆਪਸ ਵਿੱਚ ਬਾਅਦ ਵਿੱਚ ਮਿਲ ਬੈਂਦੇ ਨੇ ਜਾਂ ਉਹਨਾਂ ਦੇ ਕੋਈ ਵਿੱਚ ਪੈ ਜਾਂਦਾ। ਅਤੇ ਲਿਹਾਜ਼ਾ ਸਾਨੂੰ ਉਹਦੇ ਉੱਤੇ ਟਾਈਮ ਜ਼ਾਇਆ ਕਰਨ ਦੀ ਕੋਈ ਜ਼ਰੂਰਤ ਨਹੀਂ। ਸਾਨੂੰ ਇਹ ਸੋਚਣਾ ਚਾਹੀਦਾ, ਇਹ ਦੇਖਣਾ ਚਾਹੀਦਾ ਕਿ ਸਾਡੇ ਜਿਹੜੇ ਜ਼ਾਤੀ ਮਾਮਲਾਤ ਨੇ ਉਹ ਕਿਸ ਤਰ੍ਹਾਂ ਚੱਲ ਰਹੇ ਨੇ। ਅਤੇ ਦੋਸਤੋ, ਇੱਕ ਮੈਂ ਤੁਹਾਡੇ ਨਾਲ ਜ਼ਿਕਰ ਕੀਤਾ ਕਿ ਸਾਡਾ ਸ਼ਾਦੀ ਦਾ ਇੱਕ ਪ੍ਰੋਗਰਾਮ ਸੀ, ਉਹਦੇ ਵਿੱਚ ਸਾਡੇ ਨਾਲ ਇੱਕ ਮਾਮਲਾ ਹੋਇਆ, ਉਹ ਤੁਹਾਡੇ ਨਾਲ ਡਿਸਕਸ ਕਰਨਾ ਚਾਹ ਰਿਹਾ ਕਿ ਲੋਕੀ ਕਿਸ ਤਰ੍ਹਾਂ ਅੱਜ ਕੱਲ੍ਹ ਲੋਕਾਂ ਦੇ ਨਾਲ ਨਾ ਫਰਾਡ ਕਰਦੇ ਨੇ, ਨਿੱਤ ਨਵੇਂ ਤਰੀਕੇ ਦੇ ਨਾਲ ਲੋਕਾਂ ਨੂੰ ਠੱਗਦੇ ਨੇ ਔਰ ਉਹਨਾਂ ਕੋਲੋਂ ਮਾਲੀ ਆਪਣੇ ਫਾਇਦੇ ਲੈਂਦੇ ਨੇ। ਅਤੇ ਉਹ ਤੁਹਾਡੇ ਨਾਲ ਸ਼ੇਅਰ ਕਰਾਂਗਾ ਅੱਜ ਕੱਲ੍ਹ ਜਿਹੜਾ ਸਿਲਸਿਲਾ ਚੱਲ ਰਿਹਾ, ਕਿਉਂਕਿ ਸਾਡੀ ਕੌਮ ਜਿਹੜੀ ਹੈ ਨਾ, ਆਵਾਮ ਜਿਹੜੀ ਹੈ, ਉਹ ਅਜੇ ਵੀ ਸਾਦਾ ਲੋਭ ਹੈ। ਉਹਦੀ ਸਮਝ ਲਓ ਕਿ ਇਸ ਤਰ੍ਹਾਂ ਹੀ ਹੈ ਕਿ ਅਸੀਂ ਬਿਜ਼ਨਸਮੈਨ ਹੋਣ ਦੇ ਸਾਡਾ ਭਤੀਜਾ ਬਿਜ਼ਨਸਮੈਨ ਹੋਣ ਦੇ ਬਾਵਜੂਦ ਵੀ ਉਹਦੇ ਨਾਲ ਵੀ ਇਸ ਤਰ੍ਹਾਂ ਦਾ ਮਾਮਲਾ ਹੋ ਗਿਆ। ਔਰ ਉਹ ਕਿਸ ਤਰ੍ਹਾਂ ਹੋਇਆ ਉਹ ਤੁਹਾਨੂੰ ਅੱਗੇ ਜਾ ਕੇ ਮੈਂ ਦੱਸਣਾ ਵਾ, ਲੇਕਿਨ ਉਸ ਤੋਂ ਪਹਿਲਾਂ ਕੁਝ ਚੰਦ ਇੱਕ ਗੁਜ਼ਾਰਿਸ਼ਾਤ ਨੇ, ਚੰਦ ਇੱਕ ਗੱਲਾਂ ਨੇ ਤੁਹਾਡੇ ਨਾਲ ਸ਼ੇਅਰ ਕਰਾਂ ਕਿ ਲੋਕੀ ਕੀ ਕਰ ਰਹੇ ਨੇ ਅੱਜ ਕੱਲ੍ਹ। ਸਾਡਾ ਇੱਕ ਟ੍ਰੈਂਡ ਬਣ ਗਿਆ ਕਿ ਅਸੀਂ ਐਜ਼ ਏ ਕੌਮ ਅਜੇ ਬਣੇ ਹੀ ਨਹੀਂ। ਇਲੈਕਸ਼ਨ ਦੇ ਦੌਰਾਨ ਦੇਖਿਆ ਕਿ ਲੋਕੀ ਜਿਹੜੇ ਨੇ ਇੱਕ ਦੂਜੇ ਨਾਲ ਤਲਕ ਖਰਾਬ ਕਰ ਰਹੇ ਨੇ। ਇਹ ਨਹੀਂ ਹੋਣਾ ਚਾਹੀਦਾ, ਕਿਉਂਕਿ ਇਲੈਕਸ਼ਨ ਆਏ ਗੁਜ਼ਰ ਗਏ ਔਰ ਚਲਤੇ ਬਣੇ। ਲੇਕਿਨ ਸਾਥ ਸਾਥ ਸਾਨੂੰ ਇਹ ਵੀ ਸੋਚਣਾ ਚਾਹੀਦਾ ਕਿ ਕਿਆ ਅੱਜ ਤੱਕ ਸਾਡਾ ਮਸਲੇ ਦਾ ਹੱਲ ਕਿਸੇ ਸਿਆਸਤਦਾਨ ਨੇ ਕੀਤਾ? ਨਹੀਂ ਕੀਤਾ। ਐਜ਼ ਏ ਕੌਮ ਅਸੀਂ ਬਣੇ ਜਾਂ ਨਹੀਂ ਬਣੇ? ਕਿਉਂ ਨਹੀਂ ਬਣੇ ਕਿ ਅਸੀਂ ਆਪਣੀ ਜ਼ਾਤ ਨੂੰ ਛੱਡ ਕੇ ਉਹਨਾਂ ਲੋਕਾਂ ਮਗਰ ਭੱਜ ਪੈਂਦੇ ਹਾਂ ਕਿ ਜਿਨ੍ਹਾਂ ਨੇ ਅੱਜ ਤੱਕ ਸਾਡਾ ਹੱਕ ਸਾਨੂੰ ਨਹੀਂ ਦਿੱਤਾ, ਸਾਡੇ ਮੁਲਕ ਨੂੰ ਸਹੀ ਤਰੀਕੇ ਦੇ ਨਾਲ ਨਹੀਂ ਸਵਾਰਿਆ। ਦੁਨੀਆ ਬੜੀ ਅੱਗੇ ਲੱਗੇ ਚਲੀ ਗਈ ਹੈ, ਲੇਕਿਨ ਅਸੀਂ ਉੱਥੇ ਦੇ ਉੱਥੇ ਹੀ ਖਲੋਤੇ ਹਾਂ। ਅਤੇ ਦੋਸਤੋ, ਜਿਹੜੀ ਫਰਾਡ ਦੀ ਗੱਲ ਕੀਤੀ ਉਹ ਇਸ ਤਰੀਕੇ ਨਾਲ ਹੋਏ ਕਿ ਅੱਜ ਕੱਲ੍ਹ ਲੋਕੀ ਕਰ ਰਹੇ ਨੇ ਕਿ ਅਸੀਂ ਜਦੋਂ ਟਰਾਂਸਪੋਰਟ ਬੁੱਕ ਕਰਵਾਈ, ਮਤਲਬ ਫ਼ੋਨ ਦੇ ਜ਼ਰੀਏ ਸਾਹਮਣੇ ਬੈਠ ਕੇ ਨਾ ਹੋਈ, ਅਤੇ ਉਹਨਾਂ ਨੂੰ ਬੱਚੇ ਸਾਡੇ ਨੂੰ ਇੱਕ ਰਸੀਦ ਭੇਜੀ। ਰਸੀਦ ਜਦੋਂ ਭੇਜੀ ਅਤੇ ਉਹਨੇ ਇਹ ਸਮਝਿਆ ਕਿ ਮੈਂ ਜਿਹੜੇ ਉਹਨਾਂ ਨੂੰ ਭੇਜੇ ਨੇ ਈਜ਼ੀ ਪੈਸੇ ਜ਼ਰੀਏ ਪੈਸੇ, ਉਹਦੀ ਉਹਨਾਂ ਰਸੀਦ ਘੱਲ ਦਿੱਤੀ ਹੈ। ਲੇਕਿਨ ਉਹਨਾਂ ਨੇ ਉਸ ਰਸੀਦ ਦੇ ਉੱਤੇ ਐਡਰੈਸ ਗਲਤ ਲਿਖਿਆ ਸੀ ਅਤੇ ਇਹਨੇ ਉਸ ਵਕਤ ਜਿਹੜੀ ਨਾ ਤਵੱਜੋ ਨਾ ਕੀਤੀ। ਜਿਸ ਦਿਨ ਸਾਨੂੰ ਉਹ ਟਰਾਂਸਪੋਰਟ ਦੀ ਜ਼ਰੂਰਤ ਸੀ, ਜਿਹੜੀ ਅਸੀਂ ਬੁਕਿੰਗ ਕਰਾਈ ਸੀ, ਉਹਦੇ ਮੁਤਾਬਕ ਜਦੋਂ
ਉਹਨਾਂ ਨਾਲ ਰਾਬਤਾ ਕੀਤਾ ਕਿ ਅਜੇ ਤੱਕ ਤੁਸੀਂ ਪਹੁੰਚੇ ਨਹੀਂ। ਤੇ ਉਹਨਾਂ ਆਖਿਆ ਤੁਸੀਂ ਕਿੱਥੋਂ ਗੱਲ ਕਰ ਰਹੇ ਹੋ? ਅਸੀਂ ਜਦੋਂ ਦੱਸਿਆ ਕਿ ਫਲਾਂ ਸ਼ਹਿਰ ਫਲਾਂ ਪਿੰਡ ਦੇ ਵਿੱਚੋਂ ਗੱਲ ਕਰ ਰਹੇ ਹਾਂ, ਤੁਹਾਡੇ ਨਾਲ ਇੰਨੀਆਂ ਕੋਚਾਂ ਬੁੱਕ ਕਰਾਈਆਂ, ਇਹ ਗੱਲ ਕੀਤੀ। ਤੇ ਉਹਨਾਂ ਆਖਿਆ ਕਿ ਸਾਡੀ ਤਾਂ ਤੁਹਾਡੀ ਬੁਕਿੰਗ ਕੋਈ ਨਹੀਂ। ਅਸੀਂ ਕਿਹਾ ਕਿ ਸਾਨੂੰ ਇਹ ਤੂੰ ਰਸੀਦ ਘੱਲੀ ਹੈ। ਤੇ ਉਹਨਾਂ ਜਦੋਂ ਅਸੀਂ ਉਹਨਾਂ ਨੂੰ ਇਹ ਕਿਹਾ ਤੇ ਉਹਨਾਂ ਨੇ ਸਾਨੂੰ ਜਵਾਬ ਇਹ ਦਿੱਤਾ ਕਿ ਜਨਾਬ ਦੇਖੋ, ਸਾਡੀ ਤੁਹਾਡੀ ਬੁਕਿੰਗ ਜਿਹੜੀ ਹੈ ਨਾ ਇਸ ਤਰੀਕੇ ਦੀ ਹੈ, ਸਾਡੀ ਤੁਹਾਡੀ ਬੁਕਿੰਗ ਹੈ ਤੁਹਾਡੇ ਸ਼ਹਿਰ ਦੀ ਨਹੀਂ ਹੈ। ਉਹਦੇ 'ਚ ਗਲਤੀ ਸਾਡੀ ਇਹ ਸੀ ਕਿ ਅਸੀਂ ਰਸੀਦ ਨੂੰ ਗੌਰ ਦੇ ਨਾਲ ਨਾ ਪੜ੍ਹਿਆ। ਉਹਨਾਂ ਸਾਡੇ ਨਾਲ ਫਰਾਡ ਕਰਨ ਦਾ ਇੱਕ ਤਰੀਕਾ ਜਿਹੜਾ ਸੀ, ਸਾਨੂੰ ਬਲੈਕਮੇਲ ਕਰਨ ਦਾ ਤਰੀਕਾ ਅਪਣਾ ਲਿਆ ਔਰ ਅਸੀਂ ਬਲੈਕਮੇਲ ਹੋ ਗਏ। ਕਿਉਂਕਿ ਉਸ ਵਕਤ ਸਾਨੂੰ ਫੌਰੀ ਤੌਰ 'ਤੇ ਜ਼ਰੂਰਤ ਸੀ। ਅਸੀਂ ਫਿਰ ਉਹਨਾਂ ਦੀ ਡਿਮਾਂਡ ਮੰਨ ਲਈ ਮਜਬੂਰਨ, ਕਿਉਂਕਿ ਉਸ ਵਕਤ ਅਗਰ ਅਸੀਂ ਉਹਨਾਂ ਦੀ ਡਿਮਾਂਡ ਨਾ ਮੰਨਦੇ ਤਾਂ ਅਸੀਂ ਪਰੇਸ਼ਾਨ ਹੋ ਜਾਣਾ ਸੀ। ਸਾਨੂੰ ਉਸ ਵਕਤ ਟਰਾਂਸਪੋਰਟ ਨਹੀਂ ਸੀ ਲੱਭਣੀ। ਜਿਸ ਤਰ੍ਹਾਂ ਇੱਕ ਮਿਸਾਲ ਬਣੀ ਹੋਈ ਹੈ ਕਿ ਮੱਝਾਂ ਦੀਆਂ ਭੈਣਾਂ ਹੁੰਦੀਆਂ ਨੇ। ਅਗਰ ਕਿਸੇ ਹੋਰ ਟਰਾਂਸਪੋਰਟਰ ਨਾਲ ਗੱਲ ਕਰਦੇ ਤੇ ਸਾਡੇ ਨਾਲ ਰਵੱਈਆ ਉਹਦਾ ਵੀ ਇਸ ਤਰ੍ਹਾਂ ਹੀ ਹੋਣਾ ਸੀ। ਤੇ ਦੋਸਤੋ, ਇਹ ਗੱਲ ਥੋੜ੍ਹੀ ਜਿਹੀ ਸੁਣਾਉਣ ਦਾ ਮਕਸਦ ਇਹ ਸੀ ਕਿ ਤੁਹਾਡੇ ਨਾਲ ਅੱਗੋਂ ਕਦੀ ਕੋਈ ਮਾਮਲਾ ਬਣੇ, ਤੁਹਾਡੇ ਨਾਲ ਬਣੇ ਤੇ ਜ਼ਰੂਰ ਰਸੀਦ ਚੈੱਕ ਕਰਿਆ ਜੇ ਕਿ ਆਇਆ ਸਾਡਾ ਹੀ ਐਡਰੈਸ ਲਿਖਿਆ ਹੈ ਜਾਂ ਕਿਸੇ ਹੋਰ ਦਾ। ਅਗਰ ਨਹੀਂ ਲਿਖਿਆ ਤੇ ਉਸੇ ਵਕਤ ਉਹਦੀ ਜਿਹੜੀ ਨਾ ਤਸਦੀਕ ਕਰਾ ਲਿਆ ਜੇ, ਵਰਨਾ ਤੁਹਾਡੇ ਨਾਲ ਵੀ ਇਸ ਤਰ੍ਹਾਂ ਦਾ ਡਰਾਮਾ ਪੇਸ਼ ਆ ਸਕਦਾ ਵੇ। ਇਹ ਜ਼ਰੂਰੀ ਗੱਲ ਸੀ ਤੁਹਾਡੇ ਨਾਲ ਕਰਨੀ। ਔਰ ਇਸ ਤਰੀਕੇ ਦੇ ਨਾਲ ਲੋਕੀ ਅਸੀਂ ਜਿਹੜਾ ਨਾ ਸਾਡੀ ਕੌਮ ਸਿੱਧੇ ਰਸਤੇ ਦੀ ਬਜਾਏ ਪੁੱਠੇ ਰਸਤੇ ਨੂੰ ਜ਼ਿਆਦਾ ਤਰਜੀਹ ਦਿੰਦੀ ਹੈ। ਔਰ ਪੁੱਠਾ ਰਸਤਾ ਉਹ ਇਹ ਹੀ ਹੈ ਕਿ ਜਿਹੜਾ ਕਿਸੇ ਦੇ ਨਾਲ ਗੱਲ ਕਰਕੇ ਉਹਦੇ ਵਿੱਚ ਕੋਈ ਰਹਿਣਾ ਡਾਲ ਕੇ ਉਹਨੂੰ ਬਲੈਕਮੇਲ ਕਰਕੇ ਉਹਦੇ ਕੋਲ ਪੈਸੇ, ਹਾਲਾਂਕਿ ਹਰ ਬੰਦਾ ਰਿਜ਼ਕੇ ਹਲਾਲ ਕਮਾਉਣ ਦੀ ਕੋਸ਼ਿਸ਼ ਕਰਦਾ ਔਰ ਰਿਜ਼ਕੇ ਹਲਾਲ ਕਮਾ ਰਿਹਾ, ਲੇਕਿਨ ਥੋੜ੍ਹਾ ਜਿਹਾ ਤਰੀਕਾ ਬਦਲਣ ਦੇ ਨਾਲ ਉਹ ਰਿਜ਼ਕੇ ਹਲਾਲ ਦੀ ਬਜਾਏ ਰਿਜ਼ਕ ਦੂਜੇ ਪਾਸੇ ਚਲਾ ਜਾਂਦਾ, ਜਿਹਨੂੰ ਸਾਡਾ ਦੀਨ ਇਸਲਾਮ ਪਸੰਦ ਨਹੀਂ ਕਰਦਾ, ਜਿਹਦੇ ਵਿੱਚ ਕੰਸੈਪਟ ਹੈ ਬਰਕਤ ਬੇਬਰਕਤ ਦਾ। ਤੇ ਦੋਸਤੋ, ਇਹ ਗੱਲ ਜਿਹੜੀ ਤੁਹਾਡੇ ਨਾਲ ਸ਼ੇਅਰ ਕੀਤੀ ਹੈ, ਚੰਗੀ ਲੱਗੇ ਤੇ ਕਮੈਂਟ ਜ਼ਰੂਰ ਦੱਸਿਆ ਜੇ। ਅੱਜ ਲਈ ਇੰਨਾ ਹੀ, ਅਗਲੀ ਵੀਡੀਓ ਤੱਕ ਲਈ ਇਜਾਜ਼ਤ ਦਿਓ। ਅੱਲਾਹ ਤਾਲਾ ਸਾਡਾ ਤੇ ਤੁਹਾਡਾ ਹਾਮੀ ਨਾਸਰ ਹੋਵੇ। ਔਰ ਅਗਰ ਕੋਈ ਗੱਲ ਗਲਤ ਲੱਗੀ ਹੋਵੇ ਤੇ ਉਹਦੀ ਵੀ ਮਾਜ਼ਰਤ, ਕਿਉਂਕਿ ਮੈਂ ਕਾਫੀ ਸਾਰੀਆਂ ਗੱਲਾਂ ਕਰ ਚੁੱਕਿਆ ਇਹਦੇ ਵਿੱਚ। ਤੇ ਮੈਂ ਚਾਹੁੰਦਾ ਵਾਂ ਕਿ ਜਿਹੜਾ ਵੀ ਮੇਰੀ ਗੱਲ ਸੁਣੇ ਔਰ ਉਹਦੇ ਵਿੱਚ ਉਹਨੂੰ ਕੁਝ ਨਾ ਕੁਝ ਸਬਕ ਮਿਲੇ, ਕਿਉਂਕਿ ਮੇਰਾ ਇਹ ਮਕਸਦ ਜ਼ਰਾ ਨਹੀਂ ਹੈ ਕਿ ਮੈਂ ਕਿਸੇ ਨੂੰ ਤਨਕੀਦ ਦਾ ਨਿਸ਼ਾਨਾ ਬਣਾਵਾਂ ਜਾਂ ਕਿਸੇ ਦੀ ਬੇਇੱਜ਼ਤੀ ਕਰਾਂ। ਅੱਲਾਹ ਤਾਲਾ ਸਾਡਾ ਤੁਹਾਡਾ ਹਾਮੀ ਨਾਸਰ ਹੋਵੇ। ਇਸ ਵੀਡੀਓ ਨੂੰ ਲਾਈਕ ਕਰਿਆ ਜੇ, ਸ਼ੇਅਰ ਕਰਿਆ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਜੇ ਔਰ ਸਾਡੇ ਫੇਸਬੁੱਕ ਆਈਡੀ ਨੂੰ ਫਾਲੋ ਜ਼ਰੂਰ ਕਰਿਆ ਜੇ। ਅੱਲਾਹ ਨਿਗਹਿਬਾਨ।